ਤੇ ਵਡਿਆਈ ਕਰਦੇ ਕਰਦੇ ਉਹਦੇ ਵਿੱਚ ਸਮਾ ਜਾਂਦੇ। ਐਸੀ ਪਵਿੱਤਰ ਸ਼ਬਦ ਦੀ ਵਿਚਾਰ। ਅੱਜ ਦਾ ਦਿਹਾੜਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਦਾ ਦਿਨ ਹੈ। ਪਿਛਲੇ ਦਿਨੀ ਆਪਾਂ ਸਰਵਣ ਕੀਤਾ ਸੀ, ਗੁਰਤਾ ਗੱਦੀ ਦਿੱਤੀ, ਤੇ ਗੁਰਤਾ ਗੱਦੀ ਦੇਣ ਤੋਂ ਬਾਅਦ ਪਾਤਸ਼ਾਹ ਜੀ ਨੇ ਇੱਕ ਐਸਾ ਕੌਤਕ ਕੀਤਾ। ਸਤਿਗੁਰਾਂ ਦੇ ਕੋਲ ਦੋ ਪਠਾਣਾਂ ਦੇ ਬੱਚੇ ਆਉਂਦੇ ਸੀ, ਉਹਨਾਂ ਨੂੰ ਖੰਜਰ ਦੇ ਦਿੱਤੇ। ਪਹਿਲਾਂ ਤਾਂ ਉਹਨਾਂ ਨੂੰ ਕਈ ਦਿਨ ਇਹ ਕਹਿੰਦੇ ਰਹੇ ਬਈ ਉਹ ਵੀ ਕੀ ਪਿਓ ਦਾ ਪੁੱਤ ਹੈ ਜਿਹੜਾ ਆਪਣੇ ਦਾਦੇ ਪੜਦਾਦਿਆਂ ਦਾ ਬਦਲਾ ਨਾ ਲਵੇ। ਉਹਨਾਂ ਦੇ ਦਾਦੇ ਨੂੰ ਹਰਗੋਬਿੰਦ ਸਾਹਿਬ ਨੇ ਮਾਰਿਆ ਸੀ, ਕਹੋ ਸਤਨਾਮ ਸ੍ਰੀ। ਉਹਨਾਂ ਬੱਚਿਆਂ ਨੂੰ ਪਾਤਸ਼ਾਹ ਜੀ ਨੇ ਜਦ ਆਉਣਾ, ਉਹਨਾਂ ਕਹਿੰਦੇ ਬੱਚਿਆਂ ਨੇ ਦੋਨਾਂ ਨੇ, ਤੇ ਨਾਲ ਤਾਂ ਪਾਤਸ਼ਾਹ ਨੇ ਉਹਨਾਂ ਨਾਲ ਸਾਰ ਪਾਸਾ ਖੇਡਣਾ, ਤੇ ਨਾਲੇ ਜਾਂਦਿਆਂ ਨੂੰ ਰੁਪਈਆ 2 ਰੁਪਈਏ ਦੇ ਦੇਣੇ, ਨਾਲੇ ਕਹਿ ਦੇਣਾ ਉਹ ਕਾਹੜਾ ਪਿਓ ਦਾ ਪੁੱਤ ਹੈ ਜਿਹੜਾ ਬਦਲਾ ਨਾ ਲਵੇ ਆਪਣੇ ਪਿਓ ਦਾਦੇ ਦਾ। ਉਹਨਾਂ ਬੱਚਿਆਂ ਨੇ ਘਰੇ ਜਾ ਕੇ ਕਹਿਣਾ, ਮਾਂ ਨੂੰ ਪਤਾ ਸੀਗਾ ਵੀ ਜਿਹੜਾ ਸਾਡਾ ਬਜ਼ੁਰਗ ਸੀ ਇਹਨਾਂ ਦੇ ਦਾਦੇ ਨੇ ਮਾਰਿਆ ਹਰਗੋਬਿੰਦ ਸਾਹਿਬ ਨੇ। ਉਹਨੀ ਮਾਂ ਨੇ ਕਹਿਣਾ ਪੁੱਤ ਛੱਡੋ ਖਹਿੜਾ, ਆਪਾਂ ਕੀ ਲੈਣਾ ਇਹਨਾਂ ਗੱਲਾਂ ਤੋਂ। ਪਰ ਅਖੀਰ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ, ਤੇ ਪਤਾ ਲੱਗਣ ਤੋਂ ਬਾਅਦ ਇੱਕ ਦਿਨ ਪਾਤਸ਼ਾਹ ਨੂੰ ਕਹਿਣ ਲੱਗੇ ਸਾਡੇ ਕੋਲੇ ਹਥਿਆਰ ਹੈ ਨਹੀਂ, ਬਦਲਾ ਤਾਂ ਲੈ ਲਈਏ। ਕਹਿੰਦੇ ਅੱਛਾ। ਤੇ ਪਾਤਸ਼ਾਹ ਦੇ ਕੋਲ 2 ਖੰਜਰ ਪਏ ਸੀ, ਤੇ ਉਹ ਖੰਜਰ ਉਹਨਾਂ ਦੇ ਤੇ ਕਹਿੰਦੇ ਆ ਲਓ। ਤੇ ਇੱਕ ਦਿਨ ਕਹਿੰਦੇ ਸਮਾਂ ਵਿਚਾਰ ਕੇ, ਦੁਪਹਿਰ ਦਾ ਸਮਾਂ, ਪਾਤਸ਼ਾਹ ਆਰਾਮ ਕਰ ਰਹੇ ਨੇ, ਤੇ ਇਹ ਵੀ ਆਏ ਖੰਜਰ ਲੈ ਕੇ, ਤੇ ਇੱਕ ਨੇ ਖੰਜਰ ਮਾਰਿਆ ਕਹਿੰਦੇ ਪਾਤਸ਼ਾਹ ਜੀ ਦੇ ਇਸ ਪਾਸੇ ਵੱਖੀ ਦੇ ਵਿੱਚ। ਤੇ ਪਾਤਸ਼ਾਹ ਦੇ ਕੋਲ ਸ੍ਰੀ ਸਾਹਿਬ ਪਈ ਸੀ ਨੰਗੀ, ਤੇ ਘਮਾਈ ਤੇ ਭੱਜਣ ਲੱਗੇ ਨੂੰ ਉਹਨੂੰ ਵੜ ਦਿੱਤਾ। ਦੂਜਾ ਭੱਜਣ ਲੱਗਿਆ ਤੇ ਦੂਜੇ ਨੂੰ ਸਿੰਘਾਂ ਨੇ ਮਾਰ ਦਿੱਤਾ। ਪਾਤਸ਼ਾਹ ਜੀ ਦੇ ਫਟਾਫਟ ਜਿਹੜਾ ਸੀਗਾ ਉਹ ਜ਼ਖਮ ਦੇ ਉੱਤੇ ਇੰਤਜ਼ਾਮ ਕੀਤਾ ਗਿਆ। ਬਹਾਦਰ ਸ਼ਾਹ ਬਾਦਸ਼ਾਹ ਨੇ ਜਰਾਹ ਭੇਜਤਾ ਜ਼ਖਮਾਂ ਨੂੰ ਸਿਉਣ ਵਾਲਾ। ਉਹ ਜਰਾਹ ਨੇ ਆ ਕੇ ਜ਼ਖਮ ਸਿਉਂ ਦਿੱਤਾ, ਤੋਪੇ ਲਾ ਦਿੱਤੇ। ਕਈ ਦਿਨ ਬਤੀਤ ਹੋਏ। ਪਾਤਸ਼ਾਹ ਦੀਵਾਨ ਸਜਾਉਂਦੇ ਆ, ਮੂਹਰੇ ਕਮਾਨ ਪਿਆ 9 ਟੰਕ ਦਾ, ਐਡੀ ਮੋਟੀ ਫੱਟੀ ਵਾਲਾ। ਆਮ ਬੰਦਾ ਵੇਖ ਕੇ ਤਾਂ ਇਹ ਕਹੇ ਵੀ ਯਾਰ ਇਹਨੂੰ ਖਿੱਚੂ ਕਿਹੜਾ। ਤੇ ਵਾਕਿਆ ਹੀ ਬਹਾਦਰ ਸ਼ਾਹ ਇੱਕ ਦਿਨ ਉਹਦੇ ਬੰਦੇ ਆਏ ਮਿਲਣ ਵਾਸਤੇ, ਤੇ ਉਹ ਵੇਖ ਕੇ ਨਾ ਕਮਾਨ ਮੋਟਾ ਜਿਹਾ, ਜਿਸ ਨੂੰ ਚਲਾਉਣ ਤੇ ਇੰਨਾ ਜ਼ੋਰ ਲੱਗਦਾ ਜਿੰਨਾ ਜ਼ੋਰ 2.5 ਕੁਆਂਟਲ ਵਜਨ ਚੱਕਣ ਤੇ ਲੱਗਦਾ। ਕਹੋ ਸਤਨਾਮ ਸੀ। 2.5 ਕੁਆਂਟਲ ਦਾ ਵਜਨ ਕੋਈ ਇੱਕ ਬੰਦਾ ਇਕੱਲਾ ਚੱਕੇ ਤੇ ਕਿੰਨਾ ਜ਼ੋਰ ਲੱਗੂ। ਇੰਨਾ ਜ਼ੋਰ ਉਹ ਕਮਾਨ ਖਿੱਚਣ ਤੇ ਲੱਗਦਾ ਸੀ, ਉਹਨੂੰ ਕੇਵਲ ਗੁਰੂ ਸਾਹਿਬ ਹੀ ਖਿੱਚ ਸਕਦੇ ਸੀ। ਕਹੋ ਸਤਨਾਮ ਸੀ। ਇੰਨੀ ਫੱਟੀ ਉਹ ਮੁੜਦੀ ਨਹੀਂ ਸੀ ਤੰਦੀ ਖਿੱਚ ਕੇ ਜਲਦੀ ਕਿਸੇ ਤੋਂ। ਤੇ ਉਹਨਾਂ ਦੇ ਵਿੱਚੋਂ ਕੋਈ ਇੱਕ ਸਿਪਾਹੀ, ਕੋਈ ਹੋਰ ਜਰਨੈਲ, ਕੋਈ ਕਹਿਣ ਲੱਗਿਆ ਯਾਰ ਆਹ ਤਾਂ ਦਰਸ਼ਨੀ ਲੱਗਦਾ, ਇਹਨੂੰ ਕੌਣ ਚਲਾਉਂਦਾ ਹੋਊਗਾ। ਜਿਵੇਂ ਉਹ ਜੋੜਿਆਂ ਦੀ ਦੁਕਾਨਾਂ ਵੱਡੇ ਵੱਡੇ ਜੋੜੇ ਟੰਗੇ ਪਏ ਹੁੰਦੇ ਆ 2-2 ਫੁੱਟ ਦੇ। ਇਹ ਪਾਤਸ਼ਾਹ ਨੂੰ ਗੱਲ ਸੁਣ ਗਈ, ਕਹਿੰਦੇ ਅਸੀਂ ਚਲਾਉਣੇ ਆ। ਕਹਿੰਦੇ ਚੱਲਦਾ ਇਹ? ਕਹਿੰਦੇ ਹਾਂ ਚੱਲਣ ਨੂੰ ਕੀ ਹੋਇਆ, ਲਿਆ ਚਲਾ ਕੇ ਵਿਖਾ ਦਿੰਦੇ ਆ। ਕਹਿੰਦੇ ਪਾਤਸ਼ਾਹ ਜੀ ਨੇ 2 ਤੀਰ ਲਏ ਤੇ ਕਮਾਨ ਚੱਕ ਕੇ, 2 ਕਮਾਨ ਪਏ ਸੀ, ਦੋਨੇ ਕਮਾਨ ਨਾਲ ਤੰਦੀਆਂ ਜੋੜ ਲਈਆਂ, ਹੇਠ ਉੱਤੇ ਫੜ ਲਏ, ਤੇ ਤੀਰ ਪਾ ਕੇ ਪਾਤਸ਼ਾਹ ਨੇ ਖਿੱਚਿਆ। ਤੜ ਤੜ ਕਰਕੇ ਫੱਟੀ ਵਿੰਗੀ ਹੋਈ, ਬਾਂਸ ਦਾ ਖੜਕਾ ਆਇਆ ਉਸ ਕਮਾਨ ਦੇ ਬਾਂਸ ਦਾ, ਕਾੜ ਕਾੜ ਕੀਤੀ। ਪਰ ਜਦੋਂ ਖਿੱਚ ਕੇ ਛੱਡਿਆ, ਤੀਰ ਤਾਂ ਆਕਾਸ਼ਾਂ ਨੂੰ ਚੜ੍ਹ ਗਿਆ, ਤੇ ਪਰ ਐਂ ਖਿੱਚਦਿਆਂ ਖਿੱਚਦਿਆਂ ਬੱਖੀ ਦੇ ਜ਼ਖਮ ਫਿਰ ਪੱਟੇ ਗਏ। ਕਹੋ ਸਤਨਾਮ ਸੀ। ਜੋ ਖੰਜਰ ਵੱਜਿਆ ਸੀਗਾ ਥੋੜ੍ਹੇ ਦਿਨ ਪਹਿਲਾਂ ਜ਼ਖਮ ਬੰਦ ਕੀਤਾ ਸੀ, ਉਹ ਫਿਰ ਖੁੱਲ੍ਹ ਗਿਆ। ਤਾਂ ਫਿਰ ਕੋਸ਼ਿਸ਼ ਕੀਤੀ ਗਈ ਕਿ ਵੈਦ ਨੂੰ ਸੱਦਿਆ ਜਾਵੇ, ਬੰਦ ਕਰੀਏ। ਪਾਤਸ਼ਾਹ ਕਹਿੰਦੇ ਨਹੀਂ, ਹੁਣ ਸਾਡਾ ਜਾਣ ਦਾ ਸਮਾਂ ਆ ਗਿਆ। ਕਹੋ ਸਤਨਾਮ ਸੀ। ਹੁਣ ਨਹੀਂ ਬੰਦ ਕਰਨਾ, ਇਹ 'ਤੇ ਪਰਨਾ ਬੰਨੋ। ਚੰਗੀ ਤਰ੍ਹਾਂ ਪਰਨਾ ਕੱਪੜਾ ਬੰਨ੍ਹਿਆ ਗਿਆ, ਖੂਨ ਰੋਕਿਆ ਗਿਆ। ਔਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬੜੀ ਤੇਜ਼ੀ ਦੇ ਨਾਲ ਫਿਰ ਕਹਿੰਦੇ ਵੀ ਇੱਦਾਂ ਕਰੋ, ਕਨਾਤਾਂ ਲਾਓ। ਕਨਾਤਾਂ ਲਵਾਈਆਂ। ਕਨਾਤਾਂ ਦੇ ਵਿਚਾਲੇ ਕਹਿੰਦੇ ਕਿ ਚੰਦਨ ਦੀ ਚਿਖਾ ਚਨਾਈ ਗਈ। ਉਸ ਚਿਖਾ ਦੇ ਦਿਵਾਲੇ ਵੀ ਕਨਾਤ ਲਵਾ ਦਿੱਤੀ। ਉਸ ਤੋਂ 10 ਫੁੱਟ 12 ਫੁੱਟ ਬਾਹਰਲੇ ਪਾਸੇ ਇੱਕ ਹੋਰ ਲਵਾ ਦਿੱਤੀ। ਕੁਝ ਦਿਨ ਪਹਿਲਾਂ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਹੀ ਦਿੱਤੀ ਸੀਗੀ, ਤੇ ਸਿੰਘਾਂ ਨੂੰ ਕਹਿਣ ਲੱਗੇ ਲਓ ਵੀ ਹੁਣ ਅਸੀਂ ਚੱਲੇ ਹਾਂ, ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਤੁਸੀਂ ਗੁਰਬਾਣੀ ਨਾਲ ਜੁੜੇ ਰਹਿਣਾ, ਗੁਰਬਾਣੀ ਨੂੰ ਸਮਝਣਾ, ਵਿਚਾਰਨਾ, ਜ਼ਿੰਦਗੀ ਵਿੱਚ ਢਾਲਣਾ। ਕਹਿਣ ਲੱਗੇ ਜੀ ਠੀਕ ਆ। ਪਰ ਸਿੰਘ ਰੋਣ ਲੱਗੇ ਜਿਹੜੇ ਉੱਥੇ ਬੈਠੇ ਸੀ ਨਾਲ ਸਤਿਗੁਰਾਂ ਨੇ। ਕਹਿੰਦੇ ਪਾਤਸ਼ਾਹ ਇਹ ਕੀ ਕੌਤਕ ਵਰਤਾ ਰਹੇ ਹੋ, ਅਸੀਂ ਕਿੱਧਰ ਜਾਵਾਂਗੇ, ਤੁਹਾਡੇ ਬਿਨਾਂ ਸਾਡਾ ਕੌਣ ਹੈ ਇੱਥੇ। ਕਹਿੰਦੇ ਵੇਖੋ ਵਿਰਾਗ ਨਹੀਂ ਕਰਨਾ,
गुरु जिहड़ा कदे मरदा नहीं हुंदा, परमेश्वर विच मिलदा है। मैं 2 देशां दा वासी हाँ, कदी इत्थे कदी उत्थे, याद करोगे तो फिर आवांगे। सारी तैयारी करके आपां समाप्ति वल होईए। पातशाह जी कहंदे उस कनात तो बाहरली तो अंदर जाते हैं, तो जान तो पहला कहते हैं किसी ने अंदर नहीं आना। हुण हुक्म दे बजे हुए सिंह सारे बाहरले पासे बैठ गए, तो पातशाह जी उस कनात तो अंदर गए, तो फिर अगली चिखा दे कोल भी पहुँचे। तो थोड़ी देर बाद सिंघां ने की देखा कि चिखा नूं अग लग गई, भांबड़ निकले, सारे सिंह रोन लगे। काफ़ी समा जद बतीत होया, छावां होईयां, जांदे जांदे सतगुरु ये भी कहते सी चिखा नूं फरो लिओ ना, इहनूं आई नप दिओ, इत्थे ही मिट्टी पा के उत्ते नप दिओ, इहनूं देखिओ ना विच की है इहदे। जदों मैनूं याद करोगे मैं उदों ही आ जाऊँगा। तो शामां होईयां, शामां नूं उन्हां दे कोल एक साधु आया, उहदे कोले कड़ाह प्रशाद दा बट है। वो कहने तुसीं रोई क्यों जाने हो? कहने यार सानू गुरु साहब विछोड़ा दे गए, सानू छड्ड के इत्थे लिया के दक्षिणी इलाके च, ते वो चले गए, शरीर गमन कर गए, परलोक गमन कर गए। वो कहता वो तो मैनू मिले चंगे भले, सोनू मिले आ। कहते आ देखो मैनू प्रसाद दे के भेजिया है। वो नीले घोड़े ते सवार सी, सारे शास्त्र वस्त्र पहने हुए सी शरीर ते। मैनू कहते जाके सिंघां नूं धीरज दिओ कि मैं किधरे मरदा नहीं, मैं हमेशा रहने वाला हाँ। 2 लोकां दा वासी हाँ, कदी इत्थे कदी उत्थे, कदी इत्थे कदी उत्थे। सरजुग तै मानियो, छलियो बलवावन भायो, त्रेता तै मानियो, राम रघुवंश कहायो, द्वापर कृष्ण मुरार कंस किरतार्थ कियो, कलयुग आप नानक अंगद अमर कहायो। इक्को ही तो जोत है सारे समयां दे विच। पर कित्थे गुरु प्यारो धीर जावे। उस साधु ने कहा भी आ लो प्रसाद मैनू भेजिया। ਸਿੰਘਾਂ ने जाके तवेला वेख्या, तवेले विच वाकिया नीला घोड़ा भी है नहीं सीगा। कुछ भरोसा आया भी गल तां ठीक आ। पर 3 दिनों के बाद चिखा भी फरोल ली। चिखा दे विचों ना तो शास्त्र पहने हुए शरीर ते लभे, ना कुछ होर लभ्या। एक छोटा श्री साहब लभ्या जिहदे नाल नंदेड़ साहब हुण भोग लवाउंदे आ कड़ा प्रसाद देग नूं। वो श्री साहब मिलिया, मतलब वो दस के गए जांदे कि मैं शक्ति हाँ, मैं शरीर नहीं हाँ। मेरा रूप ग्रंथ जी जान, इसमें भेद न रंचक मान, जो मुझ बचन करन की चाहे, ग्रंथ विचार सुनो चित लाए। मैं शक्ति हाँ, वह इशारा दसदा है कि मैं शक्ति हाँ, मैं कोई शरीर नहीं हाँ। मैं सर्व कला हर थां ते हर वेले रहने वाला। मैनूं जदों कोई प्यार नाल याद करेगा आवांगा। उदों बाहर कई घटनावां घटियां, जिवें सतगुरां ने गुरु प्यारिओ 2 राजियां नूं जेल चों कढना, जिवें लंगरां वाले संतां नूं निहंग सिंह नूं दर्शन देने गुरु प्यारिओ। बाबा लंगरां वाले जिहड़े मशहूर हैं हजूर साहिब दे विच, उन्हां नूं दर्शन देने। पातशाह हुण भी किधरे नहीं गए, अलोप होए आ सिर्फ शरीर करके, क्योंकि उन्होंने गुरता गद्दी अगे दे दी सी। जदों अगला गुरु बन गया फिर पिछला गुरु दिखाई नहीं दिंदा, कोई अलोप हो जाता। बाबे नानक ने गद्दी दी लहणा जी नूं, ते कुछ दिनों बाद उस शरीर ते आ गए, अलोप हो गए। इस तरह ही गुरु साहब भी अज दे दिहाड़े ते अलोप होके खालसे दे विच समा गए। मेरा खालसा मेरो रूप है खास, खालसे में हो करो निवास, खालसा मेरी जान की जान, खालसा मेरो प्राण को प्राण, खालसा मेरो मुख है अंगा, खालसे केहो सालसा संगा, जावला खालसा रहे न्यारा, तब लग तेज दियो मैं सारा, जावे गाहे बेपन की रीत मैं ना करो इनकी प्रतीत। जदों ये भी बामणी कर्म कांडां च पै गया फिर मैनू कोई भरोसा नहीं। इस करके अज वो दिहाड़ा है जदों पातशाह ज्योति जोत समा गए और गुरता गद्दी ग्रंथ साहिब महाराज दे दी। उस तो बाद हुक्म किया कि सारे तख्तां के 4 तख्तां के उत्ते ग्रंथ साहिब जी के उतारे भेजे जान। एक काम फिर बाबा दीप सिंह भाई मनी सिंह आदि इन्हां सिंघां ने होर सिंघां ने कीते रल के सारे तख्तां ते गुरु ग्रंथ साहिब जी का प्रकाश हो गया। फिर सारे थावां ते गुरबाणी पहुँच गई। अज गुरबाणी साडे कोल है गुरु के रूप दे विच। खैर विचारां इत्थे रोकदे आ, अगले शब्द के विचार आपां कल दे दीवाना विच सरवण करांगे। ऐसे सतगुरां नूं लख लख वार नमस्कार है। समाप्ति करिए। बुलाओ फतेह पाओ फतेह। वाहिगुरू जी का खालसा वाहिगुरू जी की फतेह।